Morning, BA, BA third year and BA third year. Hope student you all are well. So, bache, today we are going to start the chapter number 4, which is the parliamentary government, cabinet and the prime minister. ठीक है, संसदीय सरकार, ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ। ਬੱਚੇ ਤੁਸੀਂ ਪਹਿਲਾਂ ਵੀ ਕੀਤਾ ਹੋਇਆ ਹੈ ਨਾ, ਜਦੋਂ ਆਪਾਂ BA ਸੈਕੰਡ ਈਅਰ 'ਚ ਕੀਤਾ ਸੀਗਾ ਚੈਪਟਰ, ਤੁਸੀਂ ਉਦੋਂ ਵੀ ਇਹ ਕੀਤਾ ਸੀਗਾ ਹੈ ਨਾ। ਬਟ ਹੁਣ ਜਿਹੜਾ ਹੈਗਾ ਕੁਝ ਕੁ ਚੇਂਜਿਸ ਜਿਹੜੇ ਹੈਗੇ ਨੇ ਇਹਦੇ ਵਿੱਚ ਤੁਸੀਂ ਲਿਖੋਗੇ, ਬਟ ਅਦਰਵਾਈਜ਼ ਬਾਕੀ ਜਿਹੜੇ ਹੈਗੇ ਨੇ ਉਹ ਸੇਮ ਨੇ। ਠੀਕ ਹੈ, ਸੋ ਕਨਫਿਊਜ਼ ਨਹੀਂ ਹੋਣਾ ਹੈਗਾ, ਈਜ਼ੀਲੀ ਬਹੁਤ ਕਾਮਲੀ ਇਹਨੂੰ ਸਮਝਣਾ ਹੈ। ਠੀਕ ਹੈ, ਜੋ ਮੈਂ ਚਾਰਟ ਕਿਹਾ ਸੀ ਤੁਹਾਨੂੰ, ਕਿਹਾ ਸੀ ਨਾ ਕਿ ਹਮੇਸ਼ਾ ਯਾਦ ਰੱਖਣਾ, ਬਣਾਉਣਾ ਆ ਤੁਸੀਂ, ਉਹ ਵੀ ਤੁਸੀਂ ਬਣਾਉਣਾ ਆ ਇਹਨੂੰ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ। ਠੀਕ ਹੈ, ਉਹ ਚਾਰਟ ਬਣਾ ਕੇ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਬਾਈ ਇਮੇਜ। ਠੀਕ ਹੈ, ਉਹ ਤੁਸੀਂ ਦੇਖਣਾ ਆ। ਓਕੇ, now we are discuss about the parliamentary system in Great Britain। ਪਾਰਲੀਮੈਂਟਰੀ ਜਿਹੜੀ ਹੈਗੀ ਸੰਸਦੀ ਪ੍ਰਣਾਲੀ ਦੀ ਸਰਕਾਰ, ਜਿਸ ਨੂੰ ਇੱਕ ਮੰਤਰੀ ਮੰਡਲ ਦੀ ਸਰਕਾਰ ਜਾਂ ਕੈਬਨਿਟ ਫਾਰਮ ਆਫ ਗਵਰਨਮੈਂਟ ਜਾਂ ਰਿਸਪੌਂਸਿਬਲ ਗਵਰਨਮੈਂਟ ਆਦਿ ਵੀ ਕਿਹਾ ਜਾਂਦਾ ਹੈ, ਬਰਤਾਨਵੀ ਸ਼ਾਸਨ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਮੀਨਸ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ ਤੁਸੀਂ ਕੈਬਨਿਟ ਫਾਰਮ ਆਫ ਗਵਰਨਮੈਂਟ ਵੀ ਕਹਿ ਸਕਦੇ ਹੋ, ਰਿਸਪੌਂਸਿਬਲ ਗਵਰਨਮੈਂਟ ਵੀ ਕਹਿ ਸਕਦੇ ਹੋ। ਠੀਕ ਹੈ, ਸੋ ਦੀਜ਼ ਜਿਹੜੇ ਨਾਮ ਨੇ ਉਹ ਅਲੱਗ ਅਲੱਗ ਨੇ, ਬਾਕੀ ਸਾਰਾ ਕੁਝ ਸੇਮ ਹੈ। ਠੀਕ ਹੈ, ਬਰਤਾਨਵੀਆ ਦੀ ਸਰਕਾਰ, ਸੰਸਦੀ ਸਰਕਾਰ ਸੰਸਾਰ ਦੀ ਸਭ ਤੋਂ ਪੁਰਾਣੀ ਅਤੇ ਸਫਲ ਗਵਰਨਮੈਂਟ ਹੈ। ਠੀਕ ਹੈ, ਇਸ ਕਰਕੇ ਇਸ ਨੂੰ ਮਦਰ ਆਫ ਆਲ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਮਦਰ ਪਾਰਲੀਮੈਂਟਰੀ ਸਿਸਟਮ ਜਿਹੜਾ ਹੈਗਾ ਇਸ ਨੂੰ ਕਿਹਾ ਜਾਂਦਾ ਹੈ। ਸੰਸਦੀ ਸਰਕਾਰ ਦਾ ਕੀ ਅਰਥ ਹੈ ਅਤੇ ਇਸ ਦੀਆਂ ਕੀ ਪਰਿਭਾਸ਼ਾਵਾਂ ਨੇ? ਮੀਨਿੰਗ ਐਂਡ ਡੈਫੀਨੇਸ਼ਨ ਆਫ ਦੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਵਾਟ ਡੂ ਯੂ ਮੀਨ ਬਾਈ ਦੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ? ਸਰਕਾਰ ਦੇ ਦੋ ਅੰਗ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਦੇ ਅਧਿਕਾਰ ਤੇ ਸਰਕਾਰ ਦੇ ਦੋ ਰੂਪ ਹਨ, ਸੰਸਦੀ ਪ੍ਰਣਾਲੀ ਦੀ ਸਰਕਾਰ ਤੇ ਪ੍ਰਧਾਨਗੀ ਸਰਕਾਰ, ਜਿਸ ਨੂੰ ਕਿਹਾ ਜਾਂਦਾ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਐਂਡ ਅਦਰ ਇਜ਼ ਦਾ ਪ੍ਰਧਾਨਗੀ ਸਰਕਾਰ ਕਿਹੜੀ ਹੁੰਦੀ ਹੈ? ਪ੍ਰੈਜ਼ੀਡੈਂਟਲ ਫਾਰਮ ਆਫ ਗਵਰਨਮੈਂਟ। ਜਿਨ੍ਹਾਂ ਦੇਸ਼ਾਂ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਵਿਚਕਾਰ ਗੂੜੇ ਸੰਬੰਧ ਨੇ, ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਉੱਤਰਦਾਈ ਹੁੰਦੀ ਹੈ, ਉੱਥੇ ਸੰਸਦੀ ਸਰਕਾਰ ਹੁੰਦੀ ਹੈ। ਮੀਨਸ in which where the executive and legislative, there is the close relationship between the executive and the legislative, ਉੱਥੇ ਕੀ ਹੁੰਦੀ ਹੈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੁੰਦੀ ਹੈ। ਸਮਝ ਆ ਗਈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਮੀਨਸ ਤੁਹਾਡੀ ਸੰਸਦ ਦੇ ਵਿੱਚ ਅਤੇ ਤੁਹਾਡੇ ਪ੍ਰਧਾਨ ਮੰਤਰੀ, ਤੁਹਾਡੇ ਜਿਹੜੇ ਰਾਸ਼ਟਰਪਤੀ ਹੈ, ਉਹਨਾਂ ਦੇ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ, ਉੱਥੇ ਕੀ ਹੈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੁੰਦੀ ਹੈ। ਇਹਦੇ ਵਿੱਚ ਤੁਸੀਂ ਡੈਫੀਨੇਸ਼ਨਸ ਬੇਟਾ ਕੋਈ ਵੀ ਦੋ ਦੇ ਸਕਦੇ ਹੋ। ਠੀਕ ਹੈ, 3 ਦਿੱਤੀਆਂ ਹੋਈਆਂ ਨੇ, ਐਨੀ 2 ਜਿਹੜਾ ਹੈਗਾ ਤੁਸੀਂ ਲਰਨ ਕਰਨੀਆਂ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਆ ਜਾਂਦਾ ਹੈ ਬੇਟਾ? ਸੇਲੀਅਨ ਫੀਚਰਸ ਆਫ ਦੀ ਬ੍ਰਿਟਿਸ਼ ਕੈਬਨਿਟ ਸਿਸਟਮ ਜਾਂ ਕਰੈਕਟਰ ਸਕੈਚਸ ਆਫ ਦੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਨ ਗ੍ਰੇਟ ਬ੍ਰਿਟੇਨ। ਨੰਬਰ 1, ਕਿੰਗ ਇਜ਼ ਦ ਨੋਮੀਨਲ ਐਗਜ਼ੀਕਿਊਟਿਵ ਹੈਡ। ਆਪਾਂ ਪਿੱਛੇ ਕੀ ਪੜ੍ਹਿਆ ਸੀਗਾ? BA ਸੈਕੰਡ ਈਅਰ 'ਚ ਕੀ ਪੜ੍ਹਿਆ ਸੀਗਾ ਕਿ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ? ਉੱਥੇ ਕੀ ਸੀਗਾ ਕਿ ਰਾਸ਼ਟਰਪਤੀ ਕੀ ਹੈ? ਨਾ ਮਾਤਰ ਦਾ ਕਾਰਜ ਸਾਧਕ ਮੁਖੀ ਹੈ, ਜਾਂ ਰਾਸ਼ਟਰਪਤੀ ਨਾ ਮਾਤਰ ਦੀ ਕਾਰਜਪਾਲਿਕਾ ਹੈ, ਜਾਂ ਪ੍ਰੈਜ਼ੀਡੈਂਟ ਇਜ਼ ਦ ਨੋਮੀਨਲ ਐਗਜ਼ੀਕਿਊਟਿਵ। ਹੇਅਰ ਵੀ ਸੇ ਦੈਟ ਬਾਦਸ਼ਾਹ ਜਿਹੜਾ ਹੈਗਾ, ਕਿੰਗ ਇਜ਼ ਦ ਨੋਮੀਨਲ ਐਗਜ਼ੀਕਿਊਟਿਵ ਹੈਡ, ਬਾਦਸ਼ਾਹ ਨਾ ਮਾਤਰ ਦਾ ਮੁਖੀ ਹੈ, ਯਾਨੀ ਸਿਰਫ ਔਰ ਸਿਰਫ ਬਾਦਸ਼ਾਹ ਦੇ ਨਾਮ ਤੋਂ ਸ਼ਕਤੀਆਂ ਦਾ ਪ੍ਰਯੋਗ ਹੁੰਦਾ ਹੈ, ਬਟ ਇਨ ਰਿਐਲਿਟੀ ਉਹਨੂੰ ਕੌਣ ਯੂਜ਼ ਕਰਦਾ ਹੈ? ਪ੍ਰਧਾਨ ਮੰਤਰੀ ਤੇ ਉਸ ਦਾ ਕੈਬਨਿਟ। ਸਮਝ ਆ ਗਈ ਬੇਟਾ? ਇੱਥੇ ਸਿਰਫ ਤੁਸੀਂ ਬਾਦਸ਼ਾਹ ਜਿਹੜਾ ਹੈਗਾ, ਜਿਹੜਾ ਤੁਸੀਂ ਪੜ੍ਹਿਆ ਨਾ, ਰਾਸ਼ਟਰਪਤੀ ਦੀ ਜਗ੍ਹਾ ਬਸ ਬਾਦਸ਼ਾਹ ਆ ਜਾਏਗਾ। ਸਮਝ ਆ ਗਈ? ਬਾਕੀ ਸਾਰਾ ਸੇਮ ਹੈ। ਦੈਨ ਬਾਦਸ਼ਾਹ ਅਤੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਂਦਾ। ਦ ਕਿੰਗ ਡਜ਼ ਨਾਟ ਟੇਕ ਦੀ ਪਾਰਟ ਆਫ ਦੀ ਮੀਟਿੰਗਸ ਆਫ ਦ ਕੈਬਨਿਟ। ਉੱਥੇ ਕੀ ਸੀਗਾ? ਆਪਣੇ ਇੰਡੀਆ ਵਿੱਚ ਕੀ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਕੈਬਨਿਟਸ ਦੀਆਂ ਮੀਟਿੰਗ ਦਾ ਪਾਰਟ ਨਹੀਂ ਹੈ। ਇੱਥੇ ਕੀ ਹੈ? ਬਾਦਸ਼ਾਹ ਕੈਬਨਿਟਸ ਦੀਆਂ ਮੀਟਿੰਗ ਦਾ ਪਾਰਟ ਨਹੀਂ ਹੈ। ਸਮਝ ਆ ਗਈ? ਮੰਤਰੀ ਮੰਡਲ ਵਾਸਤਵਿਕ ਕਾਰਜਪਾਲਿਕਾ, ਕੈਬਨਿਟ ਇਜ਼ ਦ ਰੀਅਲ ਐਗਜ਼ੀਕਿਊਟਿਵ। ਇੱਥੇ ਵੀ ਆਪਣੇ ਇੰਡੀਆ ਵਿੱਚ ਕੈਬਨਿਟ ਇਜ਼ ਦ ਰੀਅਲ ਐਗਜ਼ੀਕਿਊਟਿਵ, ਐਂਡ ਹੇਅਰ ਉੱਥੇ ਵੀ ਕੀ ਹੈ ਬੇਟਾ? ਕੈਬਨਿਟ ਇਜ਼ ਦ ਰੀਅਲ ਐਗਜ਼ੀਕਿਊਟਿਵ। ਮੀਨਸ ਅਸਲ ਦੇ ਵਿੱਚ ਸ਼ਕਤੀਆਂ ਕਿਹਦੇ ਕੋਲ ਹੈ? ਉੱਥੇ ਕੈਬਨਿਟ ਦੇ ਕੋਲ ਹੈ। ਠੀਕ ਹੈ, ਲੀਡਰਸ਼ਿਪ ਆਫ ਦੀ ਪ੍ਰਾਈਮ ਮਿਨਿਸਟਰਸ, ਪ੍ਰਧਾਨ ਮੰਤਰੀ ਦੀ ਅਗਵਾਈ। ਇੱਥੇ ਵੀ ਕੀ ਹੈ? ਪੂਰਾ ਦਾ ਪੂਰਾ ਮੰਤਰੀ ਮੰਡਲ ਕਿਸ ਦੀ ਅਗਵਾਈ ਕਰਦਾ ਹੈ? ਪ੍ਰਧਾਨ ਮੰਤਰੀ ਦੀ।
ਔਰ ਇੰਗਲੈਂਡ ਦੇ ਵਿੱਚ ਬ੍ਰਿਟੇਨ ਦੇ ਵਿੱਚ ਵੀ ਕੀ ਹੈ, ਕਿਸ ਦੀ ਪ੍ਰਧਾਨਗੀ ਕੀਤੀ ਜਾਂਦੀ ਹੈ, ਪ੍ਰਧਾਨ ਮੰਤਰੀ ਦੀ। ਮੀਨਸ ਪੂਰਾ ਦਾ ਪੂਰਾ ਕਾਊਂਸਲਸ ਆਫ ਮਿਨਿਸਟਰਸ ਕਿਹਦੇ ਇਰਦ ਗਿਰਦ ਘੁੰਮਦਾ ਹੈ, ਪ੍ਰਧਾਨ ਮੰਤਰੀ ਦੇ ਇਰਦ ਗਿਰਦ ਘੁੰਮਦਾ ਹੈ। ਨੈਕਸਟ we have the close relationship between the cabinet and the parliament। ਮੰਤਰੀ ਮੰਡਲ ਅਤੇ ਸੰਸਦ ਦੇ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਬਿਕੋਜ਼ ਬਰਤਾਨਵੀਆਂ ਦੇ ਵਿੱਚ ਮੰਤਰੀ ਮੰਡਲ ਅਤੇ ਸੰਸਦ ਦੇ ਵਿੱਚ ਗੂੜਾ ਸੰਬੰਧ ਹੈ, ਕਿਉਂਕਿ ਮੰਤਰੀ ਮੰਡਲ ਦੇ ਸਾਰੇ ਮੈਂਬਰ ਸੰਸਦ ਦੇ ਹੀ ਮੈਂਬਰ ਹੁੰਦੇ ਹਨ। ਔਰ ਜਿਹੜਾ ਪਰਸਨ ਸੰਸਦ ਦਾ, ਪਾਰਲੀਮੈਂਟ ਦਾ ਮੈਂਬਰ ਨਹੀਂ ਹੁੰਦਾ, ਉਹਨੂੰ ਕੀ ਕਰਨਾ ਪੈਂਦਾ ਹੈ, ਉਹਨੂੰ ਇਹ ਸੰਸਦ ਦੇ ਵਿੱਚ ਬਿੱਲ ਪੇਸ਼ ਕਰਦੇ ਹਨ ਅਤੇ ਪਾਸ ਕਰਵਾਉਂਦੇ ਹਨ। ਜਿਹੜਾ ਵਿਅਕਤੀ ਸੰਸਦ ਦਾ ਮੈਂਬਰ ਨਹੀਂ ਹੁੰਦਾ, ਉਹ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ, ਪਰੰਤੂ ਉਸ ਲਈ ਉਸਨੂੰ ਮੰਤਰੀ ਬਣਨ ਤੋਂ ਬਾਅਦ ਜਿਹੜਾ ਹੈਗਾ ਪਾਰਲੀਮੈਂਟ ਦਾ ਹੀ ਮੈਂਬਰ ਹੋਣਾ ਕੰਪਲਸਰੀ ਹੋ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਮੰਤਰੀ ਮੰਡਲ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਦ ਟੈਨਿਓਰ ਆਫ ਦ ਕੈਬਨਿਟ ਇਜ਼ ਨਾਟ ਫਿਕਸਡ ਐਜ਼ ਇੰਡੀਆ, ਹੈ ਨਾ। ਇੰਡੀਆ ਦੇ ਵਿੱਚ ਵੀ ਕੀ ਹੁੰਦਾ ਹੈ, ਮੰਤਰੀ ਮੰਡਲ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਸੰਸਦੀ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ, ਸਗੋਂ ਮੰਤਰੀ ਮੰਡਲ ਸੰਸਦ ਦੇ ਹੇਠਲੇ ਸਦਨ ਦੇ ਪ੍ਰਾਪਤ ਬਹੁਮਤ ਦੇ ਵਿਸ਼ਵਾਸ ਤੱਕ ਹੀ ਆਪਣੇ ਪਦ ਤੱਕ ਰਹਿੰਦਾ ਹੈ। ਆਪਣੇ ਇੱਥੇ ਕੀ ਹੈ, ਜਦ ਤੱਕ ਮੰਤਰੀ ਮੰਡਲ ਨੂੰ ਲੋਕ ਸਭਾ ਦਾ ਵਿਸ਼ਵਾਸ ਹਾਸਿਲ ਹੈ, ਮੰਤਰੀ ਮੰਡਲ ਆਪਣੇ ਪਦ ਤੱਕ ਰਹੇਗਾ। ਲੇਕਿਨ ਉੱਥੇ ਕੀ ਹੈ, ਹਾਊਸ ਆਫ ਕਾਮਨ। ਇੱਥੇ ਕੀ ਹੈ, ਲੋਕ ਸਭਾ, ਉੱਥੇ ਕੀ ਹੈ, ਹਾਊਸ ਆਫ ਕਾਮਨ ਹੈ। ਇਹ ਬੇਟਾ ਪ੍ਰੋਪਰ ਚਾਰਟ ਜਿਹੜਾ ਹੈਗਾ ਤੁਹਾਨੂੰ ਬਣਾ ਕੇ ਫਿਰ ਮੈਂ ਤੁਹਾਨੂੰ ਸੈਂਡ ਕਰੂੰਗੀ, ਤੁਸੀਂ ਜਿਹੜਾ ਹੈਗਾ ਉਸ ਨੂੰ ਇੱਕ ਵਾਰ ਦੇਖ ਲਿਓ। ਠੀਕ ਹੈ। ਉਸ ਤੋਂ ਬਾਅਦ ਹੈ ਪੋਲੀਟੀਕਲ ਹੋਮੋਜੀਨਿਟੀ। ਸਾਰੇ ਹੀ ਮੰਤਰੀ ਮੰਡਲ ਦੇ ਵਿੱਚ ਪੋਲੀਟੀਕਲ ਹੋਮੋਜੀਨਿਟੀ ਹੁੰਦੀ ਹੈ, ਬਿਕੋਜ਼ ਦੇ ਆਰ ਬਿਲੋਂਗ ਟੂ ਦ ਸੇਮ ਪਾਰਟੀ, ਹੈ ਨਾ। ਉਸ ਤੋਂ ਬਾਅਦ ਹੈ ਸਮੂਹਿਕ ਰਿਸਪੌਂਸਿਬਿਲਿਟੀ। ਸਾਰੇ ਹੀ ਮੈਂਬਰ ਜਿਹੜੇ ਹੈਗੇ ਨੇ ਇੱਕ ਕਾਮਨ ਫੈਕਟਰ ਦੇ ਲਈ ਨਾਲ ਜੁੜੇ ਨੇ, ਕਾਮਨ ਜਿਹੜਾ ਹੈਗਾ ਸਮੂਹ ਦੇ ਮੈਂਬਰ ਹੁੰਦੇ ਨੇ, ਸੋ ਦੇ ਆਰ ਕਲੈਕਟਿਵਲੀ ਰਿਸਪੌਂਸਿਬਲ ਫॉर देयर ਵਰਕ। ਠੀਕ ਹੈ। ਉਸ ਤੋਂ ਬਾਅਦ ਹੈ ਵਿਅਕਤੀਗਤ ਜ਼ਿੰਮੇਦਾਰੀ, ਇੰਡੀਵਿਜੂਅਲ ਰਿਸਪੌਂਸਿਬਿਲਿਟੀ। ਜਿੰਨੇ ਵੀ ਕੈਬਨਿਟ ਮੰਤਰੀ ਹੈ, ਚਾਹੇ ਉਹ ਕੋਈ ਰਾਜ ਮੰਤਰੀ ਹੈ, ਚਾਹੇ ਕੋਈ ਰੇਲ ਮੰਤਰੀ ਹੈ, ਕੋਈ ਉਦਯੋਗ ਮੰਤਰੀ ਹੈ, ਕੋਈ ਕੱਪੜਾ ਮੰਤਰੀ ਹੈ, ਸੋ ਦੇ ਆਲ ਆਰ ਰਿਸਪੌਂਸਿਬਲ ਦੇਅਰ ਇੰਡੀਵਿਜੂਅਲ ਰਿਸਪੌਂਸਿਬਿਲਿਟੀ। ਅਗਰ ਰੇਲ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ, ਅਗਰ ਮੈਟਰੋ ਟ੍ਰੇਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ, ਤਾਂ ਉਹਦੇ ਲਈ ਰੇਲ ਮੰਤਰੀ ਜ਼ਿੰਮੇਦਾਰ ਹੈ, ਨਾ ਕਿ ਕੱਪੜਾ ਮੰਤਰੀ। ਸੋ ਠੀਕ ਹੈ, ਹਰ ਇੱਕ ਨੂੰ ਹਰ ਇੱਕ ਦਾ ਡਿਪਾਰਟਮੈਂਟ ਦਿੱਤਾ ਜਾਂਦਾ ਹੈ। ਜਿਵੇਂ ਫੋਰ ਦ ਐਗਜ਼ਾਮਪਲ ਬੇਟਾ ਆਪਣੇ ਕਾਲਜ ਦੇ ਵਿੱਚ ਬਹੁਤ ਸਾਰੇ ਟੀਚਰਸ ਨੇ, ਠੀਕ ਹੈ। ਸਾਡੀ ਐਜ਼ ਅ ਸਟਾਫ ਹੋਣ ਦੇ ਨਾਤੇ ਵੀ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ। ਦੂਸਰੀ ਸਾਡੀ ਰਿਸਪੌਂਸਿਬਿਲਿਟੀ ਇੱਕ ਸਿੰਗਲ ਰਿਸਪੌਂਸਿਬਿਲਿਟੀ ਵੀ ਹੈ, ਇੰਡੀਵਿਜੂਅਲ ਰਿਸਪੌਂਸਿਬਿਲਿਟੀ ਵੀ ਹੈ। ਯਾਨੀ ਕਿ ਅਗਰ ਪੋਲੀਟੀਕਲ ਸਾਇੰਸ ਦਾ ਰਿਜ਼ਲਟ ਮਾੜਾ ਆਉਂਦਾ ਹੈ ਤਾਂ ਉਹਦੇ ਲਈ ਸੋਸ਼ੋਲੋਜੀ ਦਾ ਟੀਚਰ ਰਿਸਪੌਂਸਿਬਲ ਨਹੀਂ ਹੋਏਗਾ, ਉਹਦੇ ਲਈ ਕੌਣ ਰਿਸਪੌਂਸਿਬਲ ਹੋਏਗਾ, ਪੋਲ ਸਾਇੰਸ ਦਾ ਟੀਚਰ। ਸੋ these called the individual responsibility। now the 10th part ਹੈ ਦਾ ਸੀਕ੍ਰੇਸੀ, ਗੁਪਤਤਾ। ਯਾਨੀ ਕਿ ਬੇਟਾ ਸਾਰੀਆਂ ਮੀਟਿੰਗਸ ਜਿਹੜੀਆਂ ਹੈਗੀਆਂ ਇਹ ਗੁਪਤ ਰੱਖੀਆਂ ਜਾਂਦੀਆਂ, ਸੀਕ੍ਰੇਟਸ ਰੱਖੀਆਂ ਜਾਂਦੀਆਂ, ਕਿਸੇ ਵੀ ਦੇ ਨਾਲ ਇਹ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ। ਮੰਤਰੀ ਮੰਡਲ ਵੱਖ-ਵੱਖ ਕਮੇਟੀਆਂ ਰਾਹੀਂ ਕੰਮ ਕਰਦਾ ਹੈ। ਕੈਬਨਿਟ ਵਰਕਸ ਥਰੂ ਦ ਡਿਫਰੈਂਟ ਕਮੇਟੀਜ਼ ਕਿਹੜੀਆਂ, ਬਹੁਤ ਸਾਰੀਆਂ, ਡਿਫੈਂਸ ਕਮੇਟੀ, ਇਕਨੋਮਿਕਲ ਕਮੇਟੀ, ਪ੍ਰੋਡਕਸ਼ਨ ਕਮੇਟੀ, ਕਮੇਟੀ ਆਫ ਦ ਮੈਨ ਪਾਵਰ, ਲੈਜਿਸਲੇਟਿਵ ਕਮੇਟੀ। ਤੁਸੀਂ ਸਿਰਫ ਇੱਕ ਜਾਂ ਅੱਧੀ ਕਮੇਟੀ ਦਾ ਨਾਮ ਲਿਖ ਦੇਣਾ ਔਰ ਇਸ ਨੂੰ ਐਕਸਪਲੇਨ ਕਰਨਾ ਹੈ। ਠੀਕ ਹੈ। ਨਾਓ ਐਗਜ਼ਿਸਟੈਂਸ ਆਫ ਦੀ ਆਪੋਜੀਸ਼ਨ, ਵਿਰੋਧੀ ਦਲ ਦੀ ਵੀ ਹੋਂਦ ਹੁੰਦੀ ਹੈ, ਬਿਕੋਜ਼ ਅਗਰ ਵਿਰੋਧੀ ਦਲ ਨਹੀਂ ਹੋਗਾ, ਆਪੋਜੀਸ਼ਨ ਨਹੀਂ ਹੋਏਗਾ ਤਾਂ ਸਰਕਾਰ ਆਪਣੀ ਮਨਮਾਨੀ ਕਰ ਸਕਦੀ ਹੈ। ਆਪੋਜੀਸ਼ਨ ਪਾਰਟੀ ਜਿਹੜਾ ਹੈਗਾ ਉਹਨਾਂ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਗਲਤ ਨੀਤੀਆਂ ਜਿਹੜੀਆਂ ਹੈਗੀਆਂ ਉਹ ਨਾ ਅਪਣਾ ਸਕੇ। ਦੈਨ ਸ਼ੈਡੋ ਕੈਬਨਿਟ, ਬਰਤਾਨਵੀਆਂ ਵਿੱਚ ਪਰਛਾਵਾਂ ਮੰਤਰੀ ਮੰਡਲ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਦਾ ਨਿਰਮਾਣ ਸੰਸਦ ਵਿੱਚ ਵਿਰੋਧੀ ਦਲ ਦੇ ਨੇਤਾ ਦੁਆਰਾ ਕੀਤਾ ਜਾਂਦਾ ਹੈ। ਇਸ ਦਾ ਮੁੱਖ ਕੰਮ ਕੀ ਹੁੰਦਾ ਹੈ ਕਿ ਸਰਕਾਰ ਦੇ ਕਾਰਜ ਅਤੇ ਨੀਤੀਆਂ ਦੇ ਉੱਤੇ ਕੜੀ ਨਿਗਰਾਨੀ ਰੱਖਣਾ। ਆਪੋਜੀਸ਼ਨ ਪਾਰਟੀ ਇੱਕ ਸ਼ੈਡੋ ਸਿਸਟਮ ਬਣਾਉਂਦਾ ਹੈ, ਸ਼ੈਡੋ ਕੈਬਨਿਟ ਬਣਾਉਂਦਾ ਹੈ, ਜਿਸ ਦਾ ਕੰਮ ਸਿਰਫ ਔਰ ਸਿਰਫ ਸਰਕਾਰ ਦੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣਾ ਹੁੰਦਾ ਹੈ, ਛਾਇਆ ਯਾਨੀ ਕਿ ਸ਼ੈਡੋ ਰੱਖਣਾ ਹੁੰਦਾ ਹੈ। ਠੀਕ ਹੈ। ਸੋ ਇਸ ਦਾ ਕਨਕਲੂਜਨ ਕੀ ਹੈ, ਉੱਪਰ ਲਿਖੇ ਵਿਚਾਰਾਂ ਨੂੰ ਪੜ੍ਹਨ ਤੋਂ ਬਾਅਦ ਅਸੀਂ ਇਸ ਸਥਿਤੀ 'ਤੇ ਪਹੁੰਚਦੇ ਹਾਂ ਕਿ ਬਰਤਾਨਵੀਆਂ ਦੇ ਵਿੱਚ ਸੱਚਮੁੱਚ ਹੀ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ, ਕਿਉਂਕਿ ਇਸ ਵਿੱਚ ਉਹ ਸਾਰੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ ਜੋ ਇੱਕ ਸੰਸਦੀ ਸਰਕਾਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਇੱਥੇ ਤੱਕ ਤੁਸੀਂ ਲਿਖੋਗੇ। ਠੀਕ ਹੈ। ਨਾਓ ਅਸੀਂ ਹੁਣ ਜਿਹੜਾ ਹੈਗਾ ਤੁਹਾਨੂੰ ਚਾਰਟ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਬਣਾਉਣਾ ਹੈ, ਤੁਸੀਂ ਜਿਹੜਾ ਮੈਂ ਤੁਹਾਨੂੰ ਪਿਛਲੇ ਮੇਰੇ ਖਿਆਲ ਨਾਲ BA ਦੇ ਵਿੱਚ ਵੀ ਬਣਾਉਣਾ ਸਿਖਾਇਆ ਸੀ। BA ਜਦੋਂ ਆਪਾਂ ਸੈਕਿੰਡ ਈਅਰ ਦੇ ਵਿੱਚ ਸੀਗੇ ਉਦੋਂ ਬੇਟਾ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਉਹ ਦੱਸਿਆ ਸੀਗਾ ਕਿਸ ਤਰ੍ਹਾਂ ਬਣਾਉਣਾ ਹੈ। ਠੀਕ ਹੈ। ਨਾਓ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹਨੂੰ ਧਿਆਨ ਨਾਲ ਦੇਖਣਾ ਹੈ। ਠੀਕ ਹੈ। ਗਲਤੀ ਨਹੀਂ ਕਰਨੀ ਕੋਈ ਵੀ। ਠੀਕ ਹੈ। ਹੁਣ ਆਰਗਨਸ ਆਫ ਦੀ ਗਵਰਨਮੈਂਟ ਤੁਸੀਂ ਆਪਣੇ ਮਾਈਂਡ ਦੇ ਵਿੱਚ ਲੈ ਕੇ ਚੱਲਣੀਆਂ ਹੈ। ਮੈਂ ਤੁਹਾਨੂੰ ਆਰਗਨਸ ਆਫ ਦੀ ਗਵਰਨਮੈਂਟ ਕਰਵਾ ਰਹੀ ਹਾਂ ਇੰਗਲੈਂਡ ਦੀਆਂ, ਹੈ ਨਾ, ਬ੍ਰਿਟੇਨ ਦੀਆਂ। ਤੁਸੀਂ ਆਪਣੇ ਮਾਈਂਡ ਦੇ ਵਿੱਚ ਲੈ ਕੇ ਚੱਲਣਾ ਹੈ ਜਿਹੜੀਆਂ ਤੁਹਾਨੂੰ ਪਹਿਲਾਂ ਕਰਵਾਈਆਂ ਹੋਈਆਂ ਮੈਂ ਸੈਕਿੰਡ ਈਅਰ ਦੇ ਵਿੱਚ। ਠੀਕ ਹੈ। ਦੇਅਰ ਆਰ ਦ 3 ਆਰਗਨਸ ਆਫ ਦੀ ਗਵਰਨਮੈਂਟ। ਕਿਹੜਾ
ਲੈਜਿਸਲੇਟਿਵ, ਐਗਜ਼ੀਕਿਊਟਿਵ, ਜੁਡੀਸ਼ਰੀ। ਇਹ ਤੁਸੀਂ ਸਾਫ਼ ਬਣਾ ਕੇ ਨਾ ਤੁਸੀਂ ਮੈਨੂੰ ਚੈੱਕ ਕਰਾਉਣਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਚਾਰਟ ਬਣੇਗਾ, ਉਸ ਤੋਂ ਬਾਅਦ ਤੁਸੀਂ ਕਰਨਾ ਸ਼ੁਰੂ ਕਰੋਗੇ ਅੱਗੇ, ਠੀਕ ਹੈ। ਲੈਜਿਸਲੇਟਿਵ ਦਾ ਕੰਮ ਕੀ ਹੁੰਦਾ ਬੇਟਾ? ਟੂ ਮੇਕ ਦ ਲਾਅ, ਠੀਕ ਹੈ। ਐਗਜ਼ੀਕਿਊਟਿਵ ਦਾ ਕੰਮ ਇੰਪਲੀਮੈਂਟ ਦੀ ਲਾਅ, ਠੀਕ ਹੈ। ਜੁਡੀਸ਼ਰੀ ਦਾ ਕੰਮ ਕੀ ਹੁੰਦਾ? ਪ੍ਰੋਟੈਕਸ਼ਨ ਆਫ ਦੀ ਲਾਅ, ਜਾਂ ਨਿਰੀਖਣ ਕਰਨਾ ਜਾਂ ਪ੍ਰੋਟੈਕਸ਼ਨ ਕਰਨਾ। ਲੈਜਿਸਲੇਟਿਵ ਜਿਸ ਨੂੰ ਤੁਸੀਂ ਪੰਜਾਬੀ 'ਚ ਕੀ ਕਹਿੰਦੇ ਹੋ? ਵਿਧਾਨ ਪਾਲਿਕਾ। ਆਰਗਨਸ ਆਫ ਦੀ ਗਵਰਨਮੈਂਟ ਪੰਜਾਬੀ 'ਚ ਸਰਕਾਰ ਦੇ ਤਿੰਨ ਅੰਗ, ਠੀਕ ਹੈ। ਲੈਜਿਸਲੇਟਿਵ ਵਿਧਾਨ ਪਾਲਿਕਾ, ਐਗਜ਼ੀਕਿਊਟਿਵ ਕਾਰਜਪਾਲਿਕਾ, ਤੇ ਜੁਡੀਸ਼ਰੀ ਦਾ ਕੰਮ ਕੀ ਹੈ? ਕਿ ਜੁਡੀਸ਼ਰੀ ਨੂੰ ਪੰਜਾਬੀ 'ਚ ਕੀ ਕਹਿੰਦੇ ਆ? ਨਿਆਂਪਾਲਿਕਾ, ਠੀਕ ਹੈ। ਵਿਧਾਨ ਪਾਲਿਕਾ ਦਾ ਕੰਮ ਕੀ ਹੁੰਦਾ ਹੈ? ਕਾਨੂੰਨ ਬਣਾਉਣਾ। ਕਾਰਜਪਾਲਿਕਾ ਦਾ ਕੰਮ ਲਾਗੂ ਕਰਨਾ, ਤੇ ਜੁਡੀਸ਼ਰੀ ਦਾ ਕੰਮ ਕੀ ਹੁੰਦਾ? ਇਹਨਾਂ ਦੀ ਨਿਰੀਖਣ ਕਰਨਾ ਜਾਂ ਫਿਰ ਇਹਨਾਂ ਦਾ ਪ੍ਰੋਟੈਕਸ਼ਨ ਕਰਨਾ। ਹੁਣ ਭਾਰਤ ਦੇ ਵਿੱਚ ਕਾਨੂੰਨ ਕੌਣ ਬਣਾਉਂਦਾ ਹੈ? ਕੌਣ ਬਣਾਉਂਦਾ ਹੈ? ਪਾਰਲੀਮੈਂਟ ਬਣਾਉਂਦੀ ਹੈ, ਠੀਕ ਹੈ, ਜਿਸ ਨੂੰ ਤੁਸੀਂ ਸੰਸਦ ਕਹਿੰਦੇ ਹੋ। ਇੰਗਲੈਂਡ ਦੇ ਵਿੱਚ ਵੀ ਕੌਣ ਬਣਾਉਂਦਾ ਹੈ? ਸੰਸਦ ਹੀ ਬਣਾਉਂਦੀ ਹੈ, ਠੀਕ ਹੈ ਬੇਟਾ। ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਵਿੱਚ ਕਿਹੜੇ ਦੋ ਹਾਊਸਿਸ ਨੇ? ਲੋਕ ਸਭਾ ਤੇ ਰਾਜ ਸਭਾ। ਔਰ ਇੰਗਲੈਂਡ ਦੇ ਵਿੱਚ ਕਿਹੜੇ ਕਿਹੜੇ ਨੇ? ਹਾਊਸ ਆਫ ਕਾਮਨ, ਹਾਊਸ ਆਫ ਲॉर्ड, ਹਾਊਸ ਆਫ ਕਾਮਨ, ਠੀਕ ਹੈ, ਠੀਕ ਹੈ ਬੇਟਾ। ਕੀ ਹੈ? ਹਾਊਸ ਆਫ ਲॉर्ड ਤੇ ਹਾਊਸ ਆਫ ਕਾਮਨ, ਜਿਸ ਨੂੰ ਆਪਣੇ ਇੰਡੀਆ ਦੇ ਵਿੱਚ ਕੀ ਹੈ? ਰਾਜ ਸਭਾ ਤੇ ਲੋਕ ਸਭਾ। ਇੱਕ ਪਾਸੇ ਤੁਸੀਂ ਇੰਡੀਆ ਦਾ ਬਣਾਓਗੇ, ਦੂਸਰੇ ਪਾਸੇ ਤੁਸੀਂ ਬ੍ਰਿਟੇਨ ਦਾ ਬਣਾਓਗੇ, ਠੀਕ ਹੈ। ਮਿਕਸ ਨਹੀਂ ਕਰਨਾ ਦੋਨਾਂ ਚੀਜ਼ਾਂ ਨੂੰ, ਠੀਕ ਹੈ। ਰਾਜ ਸਭਾ ਆਪਣੇ ਕਾਨੂੰਨ ਬਣਾਉਂਦੀ ਹੈ ਤੇ ਲੋਕ ਸਭਾ ਕਾਨੂੰਨ ਬਣਾਉਂਦੀ ਹੈ। ਉੱਥੇ ਕੌਣ ਬਣਾਉਂਦਾ? ਹਾਊਸ ਆਫ ਲॉर्ड्स, ਹਾਊਸ ਆਫ ਕਾਮਨ। ਹਾਊਸ ਆਫ ਕਾਮਨ ਉੱਥੇ ਦਾ ਲੋਅਰ ਹਾਊਸ ਹੈ ਤੇ ਹਾਊਸ ਆਫ ਲॉर्ड ਅਪਰ ਹਾਊਸ ਹੈ। ਰਾਜ ਸਭਾ ਅਪਰ ਹਾਊਸ, ਲੋਕ ਸਭਾ ਲੋਅਰ ਹਾਊਸ ਇਨ ਇੰਡੀਆ। ਜੋ ਕੰਮ ਇੰਡੀਆ ਦੇ ਵਿੱਚ ਬੇਟਾ ਰਾਜ ਸਭਾ ਦੇ ਹੈ, ਉਹੀ ਕੰਮ ਇੰਗਲੈਂਡ ਦੇ ਵਿੱਚ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਕਿਹਦੇ ਨੇ? ਹਾਊਸ ਆਫ ਲॉर्ड्स ਦੇ ਨੇ। ਜੋ ਕੰਮ ਇੰਡੀਆ ਦੇ ਵਿੱਚ ਲੋਕ ਸਭਾ ਦੇ ਨੇ, ਸੇਮ ਕੰਮ ਹਾਊਸ ਆਫ ਕਾਮਨਸ ਦੇ ਨੇ। ਮਨੀ ਬਿੱਲ ਇੰਡੀਆ ਦੇ ਵਿੱਚ ਕਿੱਥੇ ਰਿਪਰੈਜ਼ੈਂਟ ਹੁੰਦਾ? ਲੋਕ ਸਭਾ ਦੇ ਵਿੱਚ, ਤੇ ਇੰਗਲੈਂਡ ਦੇ ਵਿੱਚ ਕਿੱਥੇ ਪੇਸ਼ ਹੋਏਗਾ? ਹਾਊਸ ਆਫ ਕਾਮਨ ਦੇ ਵਿੱਚ ਪੇਸ਼ ਹੋਗਾ, ਠੀਕ ਹੈ। ਇੱਥੇ ਕੀ ਹੈ? ਲੋਕ ਸਭਾ ਦੀ ਚਾਹੇ ਹੇਠਲਾ ਸਦਨ ਹੈ, ਲੇਕਿਨ ਪਾਵਰ ਲੋਕ ਸਭਾ ਦੀਆਂ ਜ਼ਿਆਦਾ ਨੇ, ਹੈ ਨਾ। ਉੱਥੇ ਕੀ ਹੈ? ਹੇਠਲਾ ਸਦਨ ਹਾਊਸ ਆਫ ਕਾਮਨ ਹੈ ਤੇ ਪਾਵਰਸ ਵੀ ਜਿਹੜੀਆਂ ਹੈਗੀਆਂ ਹਾਊਸ ਆਫ ਕਾਮਨਸ ਦੀਆਂ ਜ਼ਿਆਦਾ ਹੈ। ਸਮਝ ਆ ਗਈ? ਦੋ ਚਾਰਟ ਬਣਾਉਣੇ ਨੇ ਬੇਟਾ। ਕੁਐਸਚਨ ਪੇਪਰ ਯਾਦ ਕਰਿਓ, ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ, ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਭ ਦੇ ਇਹ ਚਾਰਟ ਚੈੱਕ ਕਰਨੇ ਆ, ਠੀਕ ਹੈ। ਆ ਜਾਓ ਜੀ ਇੰਡੀਆ ਦੇ ਉੱਤੇ। ਇੰਡੀਆ ਦੇ ਵਿੱਚ ਕੀ ਹੈ? ਕਾਰਜਪਾਲਿਕਾ, ਜਿਹੜੀ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਕੌਣ ਹੁੰਦਾ ਉਹਦੇ ਵਿੱਚ? ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ, ਨੋਮੀਨਲ ਐਂਡ ਦੀ ਰੀਅਲ ਐਗਜ਼ੀਕਿਊਟਿਵ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਨਾਮ ਮਾਤਰ ਤੇ ਅਸਲੀ ਕਾਰਜਪਾਲਿਕਾ ਕਹਿੰਦੇ ਹੋ। ਨਾਮ ਮਾਤਰ ਕਾਰਜਪਾਲਿਕਾ ਇੰਡੀਆ ਦੇ ਵਿੱਚ ਕੌਣ ਹੈ? ਪ੍ਰੈਜ਼ੀਡੈਂਟ, ਠੀਕ ਹੈ। ਰੀਅਲ ਕੌਣ ਹੈ? ਪ੍ਰਾਈਮ ਮਿਨਿਸਟਰ ਤੇ ਉਸਦਾ ਕੈਬਨਿਟ। ਇੱਥੇ ਕੀ ਹੈ? ਇੰਗਲੈਂਡ ਦੇ ਵਿੱਚ ਕੌਣ ਹੈ? ਕਿੰਗ ਹੈ, ਨੋਮੀਨਲ ਐਗਜ਼ੀਕਿਊਟਿਵ। ਔਰ ਰੀਅਲ ਕੌਣ ਹੈ? PM ਐਂਡ ਉਸਦਾ ਕੈਬਨਿਟ। ਸਮਝ ਆ ਗਈ? ਜੋ ਪਾਵਰ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਨੇ, ਉਹੀ ਪਾਵਰ ਬ੍ਰਿਟੇਨ ਦੇ ਵਿੱਚ ਕਿੰਗ ਦੀਆਂ ਨੇ। ਅਗਰ ਤੁਸੀਂ ਪਾਰਲੀਮੈਂਟ ਅਗਰ ਤੁਸੀਂ ਰਾਸ਼ਟਰਪਤੀ ਕਰ ਲਿਆ ਤਾਂ ਬੇਟਾ ਤੁਹਾਨੂੰ ਕਿੰਗ ਈਜ਼ੀਲੀ ਲਰਨ ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਹੈ ਜੀ ਅਸਲੀ ਕਾਰਜਪਾਲਿਕਾ ਕੌਣ ਹੈ? ਪ੍ਰਾਈਮ ਮਿਨਿਸਟਰ ਐਂਡ ਕੈਬਨਿਟ। ਔਰ ਇੱਥੇ ਵੀ ਇੰਗਲੈਂਡ ਦੇ ਵਿੱਚ ਕੀ ਹੈ? ਪ੍ਰਾਈਮ ਮਿਨਿਸਟਰ ਐਂਡ ਕੈਬਨਿਟ। ਸਮਝ ਆ ਗਈ? ਜੁਡੀਸ਼ਰੀ ਦੇ ਵਿੱਚ ਬੇਟਾ ਹਾਈ ਕੋਰਟ ਤੇ ਸੁਪਰੀਮ ਕੋਰਟ ਹੈ, ਔਰ ਉੱਥੇ ਵੀ ਉਹੀ ਹੈ। ਸਮਝ ਆ ਗਈ ਬੱਚੇ? ਠੀਕ ਹੈ। ਸੋ ਤੁਸੀਂ ਇਹ ਵਾਲਾ ਕੰਮ ਕੰਪਲੀਟ ਕਰਨਾ ਹੈ, ਦੈਨ ਆਪਾਂ ਅੱਗੇ ਸ਼ੁਰੂ ਕਰਾਂਗੇ। ਓਕੇ ਜੀ।